ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਾਠ ਨੰਬਰ 6 MS ਐਕਸਲ ਨਾਲ ਜਾਣ ਪਛਾਣ ਸ਼ੁਰੂ ਕਰਾਂਗੇ। ਇਸ ਪਾਠ ਵਿੱਚ ਅਸੀਂ MS ਐਕਸਲ ਕੀ ਹੈ ਅਤੇ ਇਸ ਦੇ ਕੀ ਵੱਖ-ਵੱਖ ਇਸਤੇਮਾਲ ਹਨ, ਇਸ ਨੂੰ ਕਿਵੇਂ ਸ਼ੁਰੂ ਕੀਤਾ ਜਾ ਸਕਦਾ ਹੈ, ਕਿਹੜੇ-ਕਿਹੜੇ ਪਾਰਟਸ ਹੁੰਦੇ ਹਨ, ਇਸ ਸਭ ਬਾਰੇ ਪੜ੍ਹਾਂਗੇ। MS ਐਕਸਲ ਮਾਈਕਰੋਸਾਫਟ ਐਕਸਲ ਇਹ ਇੱਕ ਮਾਈਕਰੋਸਾਫਟ ਆਫਿਸ ਦਾ ਹਿੱਸਾ ਹੈ। ਐਪਲੀਕੇਸ਼ਨ ਸੌਫਟਵੇਅਰ ਹੈ ਜੋ ਕਿ ਗਣਨਾਵਾਂ ਦੇ ਕੰਮ ਆਉਂਦਾ ਹੈ। ਇਲੈਕਟ੍ਰੋਨਿਕ ਸਪਰੈਡਸ਼ੀਟ ਡਾਟਾ ਦੀ ਨਿਗਰਾਨੀ ਮਤਲਬ ਦੇਖ ਰੇਖ ਸਾਰੀ ਉਹਨਾਂ ਦੀ ਅਤੇ ਨਿਰੀਖਣ ਕਰਨ ਲਈ ਵਰਤੀ ਜਾਂਦੀ ਹੈ ਅਤੇ ਡਾਟਾ ਨੂੰ ਤਸਵੀਰ ਦੇ ਰੂਪ ਵਿੱਚ ਚਾਰਟ ਦੀ ਮਦਦ ਨਾਲ ਪੇਸ਼ ਕਰਦੀ ਹੈ। ਹੁਣ ਤੁਸੀਂ ਸੋਚੋ, ਤੁਸੀਂ ਆਪਦੀ ਪ੍ਰੈਜੈਂਟੇਸ਼ਨ ਚਾਰਟ ਬਣਾਉਣੇ ਨੇ, ਗ੍ਰਾਫ ਬਣਾਉਣਾ ਆ, ਯੂ ਹੈਵ ਬਹੁਤ ਵੱਡਾ ਡਾਟਾ ਤੁਹਾਡੇ ਕੋਲ 3-4 ਪੇਜਸ ਦਾ ਡਾਟਾ ਸ਼ੀਟਸ ਨੇ, ਟਾਈਮ ਟੇਬਲ, ਚਾਰਟਸ, ਰੋਲ ਨੰਬਰ ਜਾਂ ਮਾਰਕਸ। ਤੁਸੀਂ ਸਾਹਮਣੇ ਵਾਲੇ ਨੂੰ ਦਿਖਾਉਣਾ ਆ ਕਿ ਮੇਰੇ ਇੰਨੇ ਪਰਸੈਂਟੇਜ ਇੰਨੇ ਪਾਸ ਹੋਏ ਨੇ, ਇੰਨੇ ਫੇਲ ਹੋਏ ਨੇ, ਜਾਂ ਇੰਨਿਆਂ ਦੇ ਨੰਬਰ ਵੱਧ ਆਏ ਨੇ, ਕਿੰਨੇ ਦੇ 80% ਤੋਂ ਵੱਧ ਨੇ। ਮੈਨੂਅਲੀ ਜੇ ਤੁਸੀਂ ਕਰਨ ਲੱਗੋ ਤਾਂ ਤੁਹਾਨੂੰ ਕੱਲਾ ਡਾਟਾ ਚੈੱਕ ਕਰਕੇ ਚਾਰਟ ਬਣਾਉਣਾ ਬਹੁਤ ਔਖਾ ਹੋਏਗਾ। ਬਟ MS ਐਕਸਲ ਇੱਕ ਇਹੋ ਜਿਹਾ ਸੌਫਟਵੇਅਰ ਹੈ ਜਿਹੜਾ ਤੁਹਾਨੂੰ ਆਟੋਮੈਟਿਕਲੀ ਇਹ ਚਾਰਟ ਬਣਾਉਣ ਦੀ ਆਗਿਆ ਦਿੰਦਾ ਹੈ। ਕੁਝ ਆਮ ਵਰਤੇ ਜਾਣ ਵਾਲੇ ਸਪਰੈਡਸ਼ੀਟ ਪੈਕੇਜ ਟੈਲੀ, ਲੋਟਸ ਅਤੇ ਮਾਈਕਰੋਸਾਫਟ ਐਕਸਲ ਇਹ ਆਮ ਵਰਤੇ ਜਾਣ ਵਾਲੇ ਹਨ। ਮਾਈਕਰੋਸਾਫਟ ਐਕਸਲ ਇੱਕ ਸਪਰੈਡਸ਼ੀਟ ਪ੍ਰੋਗਰਾਮ ਹੈ ਜੋ ਕਿ ਡਾਟਾ ਨੂੰ ਸਹੀ ਢੰਗ ਨਾਲ ਰੱਖਣ ਅਤੇ ਗਣਨਾਵਾਂ ਕਰਨ ਲਈ ਵਰਤਿਆ ਜਾਂਦਾ ਹੈ। ਅਸੀਂ ਇਸ ਨੂੰ ਆਪਣੇ ਡਾਟਾ ਨੂੰ ਰੋ ਅਤੇ ਕਾਲਮ ਵਿੱਚ ਰੱਖਣ ਲਈ ਅਤੇ ਗਣਨਾਵਾਂ ਕਰਨ ਲਈ ਵਰਤਦੇ ਹਾਂ। ਐਕਸਲ ਵਿੱਚ ਕਈ ਪ੍ਰਕਾਰ ਦੇ ਚਾਰਟ ਅਤੇ ਗ੍ਰਾਫ ਵੀ ਬਣਾਏ ਜਾ ਸਕਦੇ ਹਨ ਜੋ ਕਿ ਡਾਟਾ ਨੂੰ ਗ੍ਰਾਫਿਕ ਰੂਪ ਵਿੱਚ ਪੇਸ਼ ਕਰਦੇ ਹਨ। MS ਐਕਸਲ ਦੇ ਵੱਖ-ਵੱਖ ਇਸਤੇਮਾਲ, ਜਿਵੇਂ ਕਿ ਆਪਾਂ ਪਹਿਲਾਂ ਪੜ੍ਹਿਆ, ਗਣਨਾਵਾਂ ਕਰਨ ਲਈ, ਚਾਰਟ ਬਣਾਉਣ ਲਈ, ਟਾਈਮ ਟੇਬਲ ਬਣਾਉਣ ਲਈ, ਕਰਮਚਾਰੀਆਂ ਦੀ ਤਨਖਾਹ ਬਣਾਈ ਜਾ ਸਕਦੀ ਹੈ ਆਸਾਨੀ ਨਾਲ, ਰਿਜ਼ਲਟ ਵੀ ਐਕਸਲ ਵਿੱਚ ਤਿਆਰ ਕੀਤੇ ਜਾਂਦੇ ਹਨ। ਆਓ ਇਸ ਨੂੰ ਕਿਵੇਂ ਸ਼ੁਰੂ ਕਰੀਏ। ਜਿਵੇਂ ਤੁਸੀਂ ਪਾਵਰ ਪੁਆਇੰਟ ਨੂੰ ਸ਼ੁਰੂ ਕੀਤਾ ਸੀ, ਸਟਾਰਟ ਮੈਨੂ ਦੇ ਉੱਤੇ ਜਾ ਕੇ ਆਲ ਪ੍ਰੋਗਰਾਮਸ ਤੇ ਮਾਈਕਰੋਸਾਫਟ ਆਫਿਸ ਦੇ ਪਾਰਟਸ ਅੱਗੇ ਪਾਵਰ ਪੁਆਇੰਟ ਸ਼ੁਰੂ ਕੀਤਾ ਸੀ, ਉਸੇ ਤਰ੍ਹਾਂ ਹੀ ਤੁਸੀਂ ਮਾਈਕਰੋਸਾਫਟ ਐਕਸਲ ਨੂੰ ਵੀ ਸ਼ੁਰੂ ਕਰ ਸਕਦੇ ਹੋ ਅਤੇ ਸਰਚ ਪ੍ਰੋਗਰਾਮ ਦੇ ਵਿੱਚ ਜਾ ਕੇ ਉਸ ਤਰ੍ਹਾਂ ਵੀ ਸ਼ੁਰੂ ਕਰ ਸਕਦੇ ਹੋ। MS ਐਕਸਲ ਦੇ ਵਿੰਡੋ ਦੇ ਭਾਗ: ਫਾਈਲ ਮੈਨੂ, ਕੁਇਕ ਐਕਸੈਸ ਟੂਲ ਬਾਰ, ਟੈਬਸ, ਫਾਰਮੂਲਾ ਬਾਰ, ਟਾਈਟਲ ਬਾਰ, ਜਿਵੇਂ ਕਿ ਆਪਾਂ ਇੱਥੇ ਦੇਖ ਸਕਦੇ ਹਾਂ। ਮੈਨੂ ਬਾਰ, ਰਿਬਨਸ, ਆਹ ਸਾਰੇ ਰਿਬਨ ਦੇ ਵਿੱਚ ਆਉਂਦੇ ਹਨ। ਆਹ ਸਪੈਸੀਫਿਕਲੀ ਫੌਂਟ ਦਾ ਗਰੁੱਪ ਹੈ, ਆਹ ਵਾਲਾ। ਦੈਨ ਇੱਕ ਸੈੱਲ ਤੇ ਇੱਕ ਸੈੱਲ ਦਾ ਐਡਰੈਸ, ਆਹ ਜੋ ਬਾਕਸ ਦਿਖ ਰਿਹਾ ਹੈ ਇਹ ਸੈੱਲ ਹੈ ਔਰ ਇਸ ਸੈੱਲ ਦਾ ਐਡਰੈਸ ਰੋ ਤੇ ਕਾਲਮ ਦੀ ਕਾਟ, ਜਿੱਥੇ ਆਹ ਰੋ ਤੇ ਆਹ ਕਾਲਮ ਮਿਲਦੇ ਹਨ ਉੱਥੇ ਇਸ ਦਾ ਸੈੱਲ ਐਡਰੈਸ ਹੋਵੇਗਾ ਤੇ ਇਹ ਇਸ ਜਗ੍ਹਾ ਤੇ ਵੀ ਡਿਸਪਲੇ ਹੋਵੇਗਾ, C5। ਜੇ ਮੇਰਾ ਸੈੱਲ ਇੱਥੇ ਹੈ ਤਾਂ F8, ਇਸ ਦਾ ਐਡਰੈਸ ਵੀ ਇੱਥੇ ਆ ਜਾਏਗਾ। ਰੋ, ਆ ਇੱਕ ਰੋ ਹੈ, ਆ ਕਾਲਮ। ਮੈਕਸੀਮਾਈਜ਼ ਕਰਨਾ, ਕਲੋਜ਼ ਕਰਨਾ, ਅਲੱਗ-ਅਲੱਗ ਮੈਨਿਊਜ਼ ਦੇ ਵਿੱਚ ਅਲੱਗ-ਅਲੱਗ ਰਿਬਨਸ, ਜਿਵੇਂ ਪਾਵਰ ਪੁਆਇੰਟ ਸੀਗਾ। ਮਾਈਕਰੋਸਾਫਟ ਆਫਿਸ ਦੇ ਵਿੱਚ ਆਲਮੋਸਟ ਜਿਹੜੇ ਟੂਲਸ ਨੇ ਉਹ ਮਿਲਦੇ ਜੁਲਦੇ ਨੇ, ਤਾਂ ਤੁਹਾਨੂੰ ਇਸ ਦੇ ਵਿੱਚ ਮੁਸ਼ਕਿਲ ਨਹੀਂ ਆਵੇਗੀ। ਸਟੇਟਸ ਬਾਰ, ਸ਼ੀਟਸ, ਹੌਰੀਜ਼ੌਂਟਲ ਬਾਰ। ਦੈਨ ਫਾਈਲ ਮੈਨੂ, ਫਾਈਲ ਮੈਨੂ ਦੇ ਵਿੱਚ ਕੀ ਹੁੰਦਾ ਹੈ? ਫਾਈਲ ਮੈਨੂ ਦੇ ਵਿੱਚ ਤੁਹਾਡੀਆਂ ਰੀਸੈਂਟ ਬਣੀਆਂ ਹੋਈਆਂ ਸ਼ੀਟਾਂ, ਨਿਊ ਪ੍ਰਿੰਟ ਕਰਨਾ, ਕਲੋਜ਼ ਕਰਨਾ, ਤੁਸੀਂ ਟੈਂਪਲੇਟਸ ਖੋਲ੍ਹਣੇ ਹਨ, ਬਣੇ ਬਣਾਏ ਟੈਂਪਲੇਟਸ ਜਾਂ ਸੈਂਪਲ ਟੈਂਪਲੇਟਸ, ਜਿਵੇਂ ਕਿ ਆਪਾਂ ਪਿਛਲੇ ਚੈਪਟਰ ਵਿੱਚ ਪੜ੍ਹਿਆ ਹੈ। ਕੁਇਕ ਐਕਸੈਸ ਟੂਲ ਬਾਰ, ਕੁਇਕ ਐਕਸੈਸ ਮਤਲਬ ਤੁਹਾਨੂੰ ਛੇਤੀ ਤੋਂ ਛੇਤੀ ਆਂਡੂ ਰੀਡੂ ਕਰਨਾ, ਕੋਈ ਗਲਤੀ ਹੋ ਗਈ ਉਹਨੂੰ ਰਿਵਰਸ ਕਰਨਾ ਜਾਂ ਉਹਨੂੰ ਦੁਬਾਰਾ ਵਾਪਸ ਲੈ ਕੇ ਆਉਣਾ। ਟਾਈਟਲ ਬਾਰ, ਇੱਕ ਕੁਇਕ ਐਕਸੈਸ ਟੂਲ ਬਾਰ ਦੇ ਨਾਲ ਅਗਲੇ ਪਾਸੇ ਟਾਈਟਲ ਬਾਰ ਹੁੰਦੀ ਹੈ।
ਜਿਸ ਦੇ ਵਿੱਚ ਟਾਈਟਲ ਲਿਖਿਆ ਹੁੰਦਾ ਹੈ, ਤੁਹਾਡੇ ਸੇਵ ਕੀਤੀ ਫਾਈਲ ਦਾ ਨੇਮ ਵੀ ਹੋ ਸਕਦਾ ਹੈ। ਰਿਬਨ, ਮਾਈਕਰੋਸਾਫਟ ਐਕਸਲ ਵਿੱਚ ਅਸੀਂ ਰਿਬਨ ਦੀ ਵਰਤੋਂ ਮਾਈਕਰੋਸਾਫਟ ਨੂੰ ਕਮਾਂਡਾਂ ਦੇਣ ਲਈ ਕਰਦੇ ਹਾਂ। ਆਹ ਸਾਰਾ ਪੋਰਸ਼ਨ ਆ ਰਿਬਨ ਹੈ। ਇਹ ਇਨਸਰਟ ਮੈਨੂ ਦਾ ਰਿਬਨ ਹੈ। ਆ ਪੇਜ ਲੇਆਊਟ ਦਾ, ਹਰ ਇੱਕ ਮੈਨੂ ਦਾ ਆਪਦਾ ਇੱਕ ਰਿਬਨ ਹੁੰਦਾ ਹੈ। ਫਾਰਮੂਲਾ ਬਾਰ, ਇਹ ਬਹੁਤ ਜ਼ਰੂਰੀ ਹੈ। ਫਾਰਮੂਲਾ ਬਾਰ ਦੇ ਨੇਮ ਬਾਕਸ ਵਿੱਚ ਐਕਟਿਵ ਸੈੱਲ ਦਾ ਸੈੱਲ ਐਡਰੈਸ ਦਰਸਾਇਆ ਜਾਂਦਾ ਹੈ। ਮਤਲਬ ਐਕਟਿਵ ਸੈੱਲ ਮਤਲਬ ਜੋ ਸੈੱਲ ਦੇ ਵਿੱਚ ਜਿਹੜੇ ਸੈੱਲ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਜਾਂ ਜਿਸ ਦੇ ਵਿੱਚ ਫਾਰਮੂਲਾ ਜਾਂ ਟੂਲ ਜਾਂ ਕੁਝ ਵੀ ਟੈਕਸਟ ਐਡਿਟ ਕਰ ਰਹੇ ਹੋ, ਉਸ ਨੂੰ ਫਾਰਮੂਲਾ ਬਾਰ ਜਾਂ ਐਕਟਿਵ ਸੈੱਲ ਵੀ ਕਿਹਾ ਜਾਂਦਾ ਹੈ। ਔਰ ਇਹ ਫਾਰਮੂਲਾ ਬਾਰ ਦੇ ਅੰਦਰ ਦਰਸਾਇਆ ਜਾਂਦਾ ਹੈ। ਆ ਤੁਹਾਡਾ ਐਕਟਿਵ ਸੈੱਲ ਦਾ ਐਡਰੈਸ ਹੋ ਜਾਵੇਗਾ ਤੇ ਆ ਫਾਰਮੂਲਾ ਬਾਰ ਹੈ ਜੋ ਕਿ ਆ ਹੈ। ਜੇ ਕਰਸਰ ਇਸ ਸੈੱਲ ਦੇ ਉੱਤੇ ਹੈ ਤਾਂ ਇਹ ਸੈੱਲ ਦਾ ਐਡਰੈਸ ਦਿਖਾਵੇਗਾ। ਦੈਨ ਇਸ ਸੈੱਲ ਦੇ ਵਿੱਚ ਜੋ ਵੀ ਫਾਰਮੂਲਾ ਲੱਗਿਆ ਹੈ, ਜਿਵੇਂ ਕਿ ਆਪਾਂ ABC ਜਾਂ ਕੁਝ ਵੀ ਟਾਈਪ ਕੀਤਾ ਹੈ, ਉਹ ਇਸ ਦੇ ਵਿੱਚ ਆ ਜਾਵੇਗਾ। ਸੇਮ ਫਾਰਮੂਲਾ ਬਾਰ, ਜੋ ਵੀ ਕੋਈ ਫਾਰਮੂਲਾ ਲੱਗਦਾ ਹੈ ਇਜ਼ ਇਕੁਅਲ ਟੂ A + A1 ਕਾਲਮ, ਜਾਂ ਜੇ ਕਹੀਏ D3 plus E3, ਤਾਂ ਇਹ ਦੋਨਾਂ ਦਾ ਰਿਜ਼ਲਟ ਦਿਖਾਵੇਗਾ। ਹੁਣ ਜੇ D3 ਦੇ ਉੱਤੇ ਮੈਂ 3 ਪਾਉਣਾ ਤੇ 6 ਪਾਉਣਾ ਤਾਂ ਰਿਜ਼ਲਟ ਆਟੋਮੈਟਿਕਲੀ ਉੱਥੇ ਆ ਜਾਵੇਗਾ। ਤੁਸੀਂ ਜ਼ਿਆਦਾਤਰ ਕੁਛ ਕਰਨ ਦੀ ਜ਼ਰੂਰਤ ਨਹੀਂ, ਸਿਰਫ ਡਾਇਰੈਕਟ ਫਾਰਮੂਲਾਜ਼ ਨਾਲ ਇਸ ਨੂੰ ਅੱਗੇ ਵਧ ਸਕਦੇ ਹੋ। ਸਟੇਟਸ ਬਾਰ ਐਕਸਲ ਵਿੰਡੋ ਦੇ ਹੇਠਲੇ ਪਾਸੇ ਨਜ਼ਰ ਆਉਂਦੀ ਹੈ ਅਤੇ ਇਹ ਸਿਲੈਕਟ ਕੀਤੇ ਹੋਏ ਨੰਬਰਾਂ ਦਾ ਜੋੜ ਵੀ ਦਿਖਾਉਂਦੀ ਹੈ। ਆ ਸਾਰੀ ਕਿੰਨਾ ਤੁਹਾਡੇ ਸੈੱਲ ਦੇ ਵਿੱਚ ਕਿੰਨੇ ਨੰਬਰ ਹਨ, ਕਿੰਨੇ ਨਹੀਂ ਹਨ, ਉਹ ਸਾਰਾ ਇੱਥੇ ਡਿਸਪਲੇ ਹੋਵੇਗਾ। ਹੁਣ ਤੁਹਾਡੀ ਸ਼ੀਟ ਦੇ ਵਿੱਚ ਕੁਝ ਅੱਖਰ ਨਹੀਂ ਹੈਗੇ, ਟੈਕਸਟ ਨਹੀਂ ਹੈਗਾ, ਇਸੇ ਕਰਕੇ ਕੁਝ ਦਿਖਾ ਨਹੀਂ ਰਿਹਾ। ਦੈਨ ਨੇਮ ਬਾਕਸ ਦੀ ਵਰਤੋਂ ਕਰਕੇ ਅਸੀਂ ਕਿਸੇ ਖਾਸ ਸੈੱਲ ਉੱਤੇ ਜਾ ਸਕਦੇ ਹਾਂ। ਇਸ ਲਈ ਸਾਨੂੰ ਸਿਰਫ ਨੇਮ ਬਾਕਸ ਵਿੱਚ ਸੈੱਲ ਦਾ ਐਡਰੈਸ ਭਰਨਾ ਹੈ ਅਤੇ ਨੇਮ ਬਾਕਸ ਟਾਈਪ ਕਰੋਗੇ। ਜੇ B4 ਟਾਈਪ ਕੀਤਾ ਹੈ ਤਾਂ ਉੱਥੇ ਸਿੱਧਾ ਉੱਥੇ ਪਹੁੰਚ ਜਾਵੇਗਾ। ਫॉर एग्जांपल B4 ਸਿੱਧਾ ਉੱਥੇ ਪਹੁੰਚ ਗਿਆ। MS ਐਕਸਲ ਵਿੱਚ ਇਸਤੇਮਾਲ ਹੋਣ ਵਾਲੀ ਟਰਮੀਨੋਲੋਜੀ, ਕਿਹੜੀ ਸ਼ਬਦਾਵਲੀ ਵਰਤਦੇ ਹਾਂ। ਵਰਕਬੁੱਕ, ਇੱਕ ਵਰਕਬੁੱਕ ਕਈ ਵਰਕਸ਼ੀਟਾਂ ਦਾ ਸਮੂਹ ਹੁੰਦਾ ਹੈ। ਕਿਸੇ ਨਵੀਂ ਵਰਕਬੁੱਕ ਵਿੱਚ ਪਹਿਲਾਂ ਤੋਂ ਨਿਰਧਾਰਿਤ 3 ਵਰਕਸ਼ੀਟ ਹੁੰਦੀਆਂ ਹਨ। ਜੇ ਆਪਾਂ ਨਾਰਮਲ ਕਾਪੀ ਦੀ ਐਗਜ਼ਾਮਪਲ ਲਈਏ, ਜੋ ਅਸੀਂ ਕਾਪੀ ਖੋਲ੍ਹਦੇ ਹੋ ਲਿਖਣ ਵਾਲੀ ਕੋਈ ਵੀ ਮੈਥ ਦੀ ਕਾਪੀ ਜਾਂ ਕਿਸੇ ਪੰਜਾਬੀ ਜਾਂ ਇੰਗਲਿਸ਼ ਦੀ ਕਾਪੀ, ਉਹ ਕੱਲੇ ਪੇਜਸ ਨਾਲ ਬਣੀ ਹੁੰਦੀ ਹੈ। ਉਸ ਨੂੰ ਇਕੱਠੇ ਹੋਏ ਪੇਜਸ ਨੂੰ ਆਪਾਂ ਕਾਪੀ ਕਹਿ ਦਿੰਦੇ ਹਾਂ। ਜੇ ਇੱਕ ਹੀ ਸ਼ੀਟ ਹੋਵੇ ਤਾਂ ਆਪਾਂ ਉਸ ਨੂੰ ਸ਼ੀਟ ਕਹਿੰਦੇ ਹਾਂ, ਇੱਕ ਸ਼ੀਟ ਰਿਮੂਵ ਕਰਨੀ। ਉਸੇ ਤਰ੍ਹਾਂ ਹੀ ਮਾਈਕਰੋਸਾਫਟ ਐਕਸਲ ਦੇ ਵਿੱਚ ਜੇ ਤੁਹਾਡੇ ਕੋਲ ਸਿਰਫ ਇੱਕ ਸ਼ੀਟ ਖੁੱਲੀ ਹੋਈ ਹੈ ਤਾਂ ਉਸ ਨੂੰ ਵਰਕਸ਼ੀਟ ਕਹਿ ਦਿੰਦੇ ਹਾਂ। ਜੇ ਤੁਸੀਂ ਉਹ ਇਕੱਠੀਆਂ ਹੋਈਆਂ ਸ਼ੀਟਾਂ ਦਾ ਇੱਕ ਬੁੱਕ ਹੈ ਤਾਂ ਉਸ ਨੂੰ ਵਰਕਬੁੱਕ ਕਹਿੰਦੇ ਹਾਂ। ਮਾਈਕਰੋਸਾਫਟ ਐਕਸਲ ਦੇ ਵਿੱਚ ਜਦੋਂ ਤੁਸੀਂ ਨਿਊ ਫਾਈਲ ਖੋਲ੍ਹਦੇ ਹੋ ਤਾਂ ਇੱਕ ਵਰਕਬੁੱਕ ਓਪਨ ਹੁੰਦੀ ਹੈ ਔਰ ਵਰਕਬੁੱਕ ਦੇ ਵਿੱਚ 3 ਸ਼ੀਟਾਂ ਬਾਈ ਡਿਫਾਲਟ ਹੁੰਦੀਆਂ ਹਨ, ਸ਼ੀਟ 1, ਸ਼ੀਟ 2 ਐਂਡ ਸ਼ੀਟ 3। ਇਹ ਇੱਕ ਸ਼ੀਟ ਹੈ ਤੇ ਇਸ ਤੋਂ ਤੁਸੀਂ ਅਲੱਗ-ਅਲੱਗ ਸ਼ੀਟਾਂ ਹੋਰ ਵੀ ਐਡ ਕਰ ਸਕਦੇ ਹੋ। ਸ਼ੀਟ 5, ਸ਼ੀਟ 6, ਇਹ ਸਾਰਿਆਂ ਦੇ ਤੁਸੀਂ ਅਲੱਗ-ਅਲੱਗ ਕੰਮ ਕਰ ਸਕਦੇ ਹੋ। ਮਤਲਬ ਇਹ ਇਕੱਠੀ ਹੋ ਕੇ ਇੱਕ ਵਰਕਬੁੱਕ ਬਣ ਜਾਂਦੀ ਹੈ। ਵਰਕਸ਼ੀਟ ਵਿੱਚ ਰੋ ਅਤੇ ਕਾਲਮ ਹੁੰਦੇ ਹਨ। ਆ ਵਰਕਸ਼ੀਟ ਹੈ, ਰੋ ਐਂਡ ਕਾਲਮਸ। ਅਸੀਂ ਇੱਕ ਵਰਕਬੁੱਕ ਵਿੱਚ ਹੋਰ ਵਰਕਸ਼ੀਟ ਇਨਸਰਟ ਵੀ ਕਰ ਸਕਦੇ ਹਾਂ, ਜਿਵੇਂ ਤੁਹਾਨੂੰ ਮੈਂ ਹੁਣੇ ਦੱਸਿਆ। ਰੋ ਕੀ ਹੁੰਦੀ ਹੈ? ਰੋ ਸੈੱਲਾਂ ਦੀ ਲੜੀ ਹੁੰਦੀ ਹੈ ਜੋ ਕਿ ਲੇਟਵੀਂ ਦਿਸ਼ਾ ਵਿੱਚ ਹੁੰਦੀ ਹੈ। ਆਹ ਡਾਇਰੈਕਸ਼ਨ ਦੇ ਵਿੱਚ ਲੇਟਵੀਂ, ਇਸ ਨੂੰ ਰੋ ਕਹਿੰਦੇ ਹਨ। ਖੱਬੇ ਤੋਂ ਸੱਜੇ ਚੌਰਸ ਜਾਂ ਆਇਤਕਾਰ ਖਾਨਿਆਂ ਤੋਂ ਮਿਲ ਕੇ ਬਣਦੀ ਹੈ। ਇਹਨਾਂ ਨੂੰ 1 2 3 4 ਨਾਲ ਦਿਖਾਇਆ ਜਾਂਦਾ ਹੈ। ਆਹ ਦੇਖੋ ਕਿੰਨੀਆਂ ਰੋਜ਼ ਨੇ। ਇਹ ਵਰਕਸ਼ੀਟ ਵੱਧ ਤੋਂ ਵੱਧ 1048576 ਰੋਜ਼ ਹੁੰਦੀਆਂ ਹਨ। ਕਿੰਨੀਆਂ ਨੇ? 10,48,576।
ਜੇ ਅਸੀਂ ਬਿਲਕੁਲ ਥੱਲੇ ਲੈ ਕੇ ਜਾਓ ਇਸ ਨੂੰ ਤਾਂ ਰੋਜ਼ ਵੱਧਦੀਆਂ ਹੀ ਜਾਣਗੀਆਂ। ਓਕੇ, ਇਹ ਇਹਨਾਂ ਦੀ ਗਿਣਤੀ ਕਿੰਨੀ ਹੋ ਸਕਦੀ ਹੈ? ਇੰਨੀ। ਦੈਨ ਕਾਲਮ, ਕਾਲਮ ਖੜਵੀਂ ਦਿਸ਼ਾ ਵਿੱਚ ਹਨ, ਆ ਦਿਸ਼ਾ 'ਚ ਇਹ ਸਾਰੇ ਕਾਲਮ ਹਨ ਔਰ ਯੂਜਲੀ ਆਮ ਤੌਰ ਤੇ A B C D ਨਾਲ ਦਰਸਾਏ ਜਾਂਦੇ ਹਨ ਔਰ ਇਹ ਕਦੋਂ ਕਿੱਥੇ ਤੱਕ ਹੋ ਸਕਦੇ ਹਨ? 16384 ਕਾਲਮ ਔਰ ਇਹ ਐਂਡ ਤੱਕ X F D ਤੱਕ। ਹੁਣ ਜੇ ਮੈਂ ਇਸ ਨੂੰ ਇਸ ਸੈੱਲ ਦੇ ਵਿੱਚ ਡਾਇਰੈਕਸ਼ਨ ਲੈ ਕੇ ਜਾਂਦਾ ਜਿੱਥੇ Z ਖਤਮ ਹੋ ਜਾਵੇਗੀ ਤਾਂ ਉੱਥੇ ਡਬਲ ਡਿਜਿਟ ਸਟਾਰਟ ਹੋ ਜਾਏਗਾ, ਡਬਲ A B A C, ਦੈਨ A ਖਤਮ ਹੋਵੇਗੀ A Z ਤੱਕ, ਦੈਨ B ਸ਼ੁਰੂ ਹੋ ਜਾਵੇਗਾ, B K B J B Z C A, ਫਿਰ ਉਸੇ ਤਰ੍ਹਾਂ ਅੱਗੇ X ਤੱਕ ਚੱਲਦਾ ਰਹੇਗਾ। ਸੈੱਲ ਇੱਕ ਰੋ ਅਤੇ ਇੱਕ ਕਾਲਮ ਦੇ ਆਪਸ ਵਿੱਚ ਕਾਟ ਨਾਲ ਜਿੱਥੇ ਉਹ ਕੱਟਦੀ ਹੈ ਉਸ ਨੂੰ ਇੱਕ ਸੈੱਲ ਕਹਿੰਦੇ ਹਾਂ। ਜਿਵੇਂ ਕਿ ਆ ਇੱਕ ਰੋ ਤੇ ਇੱਕ ਕਾਲਮ, ਹੁਣ ਇਸ ਸੈੱਲ ਦਾ ਐਡਰੈਸ ਆ ਹੈ। ਐਕਟਿਵ ਸੈੱਲ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਉਹ ਸੈੱਲ ਜਿਸ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਉਸ ਨੂੰ ਐਕਟਿਵ ਸੈੱਲ ਕਹਿੰਦੇ ਹਨ। ਐਕਟਿਵ ਸੈੱਲ ਗੂੜੇ ਰੰਗ ਦੇ ਆਇਤਕਾਰ ਬਾਕਸ ਨਾਲ ਪਹਿਚਾਣਿਆ ਜਾਂਦਾ ਹੈ। ਜਿਸ ਸੈੱਲ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਉਸ ਦਾ ਬਾਰਡਰ ਗੂੜੇ ਰੰਗ ਦਾ ਹੋ ਜਾਵੇਗਾ। ਸੈੱਲ ਐਡਰੈਸ, ਹਰੇਕ ਸੈੱਲ ਦਾ ਇੱਕ ਵਿਲੱਖਣ ਸੈੱਲ ਐਡਰੈਸ ਹੁੰਦਾ ਹੈ। ਸੈੱਲ ਐਡਰੈਸ ਵਿੱਚ ਪਹਿਲਾਂ ਕਾਲਮ ਦਾ ਨਾਮ ਆਉਂਦਾ ਹੈ, ਫਿਰ ਰੋ ਦਾ ਨੰਬਰ ਲਿਖਿਆ ਜਾਂਦਾ ਹੈ। ਯਾਦ ਰੱਖਣਾ, ਸੈੱਲ ਐਡਰੈਸ ਦੇ ਵਿੱਚ ਪਹਿਲਾਂ ਕਾਲਮ ਦਾ ਨੇਮ ਆਵੇਗਾ, ਜਿਵੇਂ D, ਉਸ ਤੋਂ ਬਾਅਦ ਕਿਸ ਸੈੱਲ ਦਾ ਉਹ ਇੱਥੇ ਡਿਸਪਲੇ ਹੋਵੇਗਾ। ਦੈਨ MS Excel ਦੀ ਵਰਕਸ਼ੀਟ ਵਿੱਚ ਕੰਮ ਕਰਨਾ। ਐਰੋ ਕੀਜ਼ ਦੀ ਵਰਤੋਂ, ਐਰੋ ਕੀਜ਼ ਕਿਹੜੀਆਂ ਹੁੰਦੀਆਂ ਜਿਸ ਨਾਲ ਤੁਸੀਂ ਉੱਪਰ ਥੱਲੇ ਕਰਦੇ ਹੋ, ਉਹ ਐਰੋ ਕੀਜ਼ ਹੁੰਦੀਆਂ ਹਨ। ਉਹਨਾਂ ਦੀ ਵਰਤੋਂ ਨਾਲ ਤੁਸੀਂ ਪੇਜ ਅਪ ਜਾਂ ਤਾਂ ਕੱਲੇ ਕੱਲੇ ਕਾਲਮ, ਐਰੋ ਕੀਜ਼ ਇੱਧਰ ਨੂੰ ਇੱਕ ਇੱਕ ਕਾਲਮ ਜਾਵੇਗੀ, ਜੇ ਤੁਸੀਂ ਪੇਜ ਅਪ ਪੇਜ ਡਾਊਨ ਤੇ ਕਲਿੱਕ ਕਰਦੇ ਹੋ ਤਾਂ ਪੂਰਾ ਪੂਰਾ ਪੇਜ ਥੱਲੇ ਉੱਤੇ ਜਾਵੇਗਾ। ਸੈੱਲ ਨੂੰ ਚੁਣਨਾ ਜਾਂ ਸਿਲੈਕਟ ਕਰਨਾ, ਹੁਣ ਸੈੱਲ ਨੂੰ ਕਿਵੇਂ ਚੁਣਿਆ ਜਾ ਸਕਦਾ ਹੈ? ਜੇਕਰ ਅਸੀਂ ਕੁਝ ਸੈੱਲ ਦੇ ਇਕੱਠੇ ਉੱਤੇ ਕੰਮ ਕਰਨਾ ਚਾਹੁੰਦੇ ਤਾਂ ਉਸ ਨੂੰ ਸੈੱਲ ਸਿਲੈਕਟ ਕਰ ਲੈਂਦੇ ਹਾਂ। ਇਸ ਤੋਂ ਕਲਿੱਕ ਕਰਕੇ ਡਰੈਗ ਕਰ ਸਕਦੇ ਹੋ ਜਾਂ ਸ਼ਿਫਟ ਪ੍ਰੈਸ ਕਰਕੇ ਕੱਲਾ ਕੱਲਾ ਐਰੋ ਕੀਜ਼ ਨਾਲ ਸਿਲੈਕਟ ਕਰ ਸਕਦੇ ਹੋ ਜਿੰਨੇ ਸੈੱਲ ਤੁਸੀਂ ਕੰਮ ਕਰਨਾ ਹੈ। ਉਸ ਤੋਂ ਬਾਅਦ ਤੁਸੀਂ ਇਸ ਨੂੰ ਬਾਰਡਰ ਦੇਣਾ ਹੈ। ਇਹ ਤੁਹਾਡਾ ਵੱਖਰਾ ਇੱਕ ਸੈੱਲ ਆ ਗਿਆ। ਡਾਟਾ ਦਾਖਲ ਕਰਨਾ, ਡਾਟਾ ਕਿਵੇਂ ਐਂਟਰ ਕਰ ਸਕਦੇ ਹੋ ਤੁਸੀਂ? ਮੰਨ ਲਓ ਇਸ ਸੈੱਲ ਦੇ ਉੱਤੇ ਤੁਸੀਂ ਲਿਖਣਾ ਹੈ ਕੰਪਿਊਟਰ 1 2। ਹੁਣ ਇਸ ਸੈੱਲ ਦੇ ਵਿੱਚ ਤੁਸੀਂ ਡਾਟਾ ਐਂਟਰ ਕਰਕੇ ਐਂਟਰ ਜਾਂ ਬੈਕ ਸਪੇਸ ਤੁਸੀਂ ਇਸ ਨੂੰ ਰਿਮੂਵ ਵੀ ਕਰ ਸਕਦੇ ਹੋ। ਦੈਨ ਡਾਟਾ ਡਿਲੀਟ ਕਰਨਾ, ਡਾਟਾ ਡਿਲੀਟ ਜਿਵੇਂ ਤੁਸੀਂ ਅੱਖਰਾਂ ਨਾਲ ਕਰਦੇ ਹੋ, ਸੈੱਲ ਸਿਲੈਕਟ ਕਰਕੇ ਉਸ ਨੂੰ ਬੈਕ ਸਪੇਸ ਦਬ ਦਿਓ, ਡਾਟਾ ਡਿਲੀਟ ਹੋ ਜਾਵੇਗਾ। ਇੱਕ ਸੈੱਲ ਦੇ ਡਾਟਾ ਨੂੰ ਐਡਿਟ ਕਰਨਾ, ਹੁਣ ਇਸੇ ਡਾਟਾ ਨੂੰ ਤੁਸੀਂ ਐਡਿਟ ਕਰਨਾ ਹੈ ਤਾਂ ਤੁਸੀਂ F2 ਤੇ ਕਲਿੱਕ ਕਰੋਗੇ, ਡਾਟਾ ਓਪਨ ਹੋ ਜਾਵੇਗਾ। ਦੈਨ ਨਹੀਂ ਤਾਂ ਤੁਸੀਂ ਉਸ ਦੇ ਉੱਤੇ ਐਡਰੈਸ ਜਾਂ ਫਾਰਮੂਲਾ ਬਾਰ ਦੇ ਉੱਤੇ ਜਾ ਕੇ ਵੀ ਐਡਿਟ ਕਰ ਸਕਦੇ ਹੋ। ਰੈਪ ਟੈਕਸਟ ਮਤਲਬ ਉਸ ਨੂੰ ਦੋ ਟੈਕਸਟ ਨੂੰ ਇਕੱਠੇ ਲਪੇਟਣਾ ਜਾਂ ਇੱਕ ਸੈੱਲ ਨੂੰ ਹੀ ਇੰਨਾ ਜ਼ਿਆਦਾ ਕਰਨਾ ਕਿ ਪੂਰਾ ਦਿਖੇ, ਗਾਇਬ ਨਾ ਹੋਵੇ। ਜੇ ਇਸ ਟੈਕਸਟ ਨੂੰ ਤੁਸੀਂ COMPUTERCLASS ਕੰਪਿਊਟਰ ਕਲਾਸ ਲਿਖਿਆ ਹੈ, ਇੱਥੇ 1 ਨਵਾਂ ਸੈੱਲ ਆ ਗਿਆ ਪਰ ਇਹ ਸੈੱਲ ਅਧੂਰਾ ਰਹਿ ਗਿਆ, ਇਸ ਵਿੱਚ ਇਨਕੰਪਲੀਟ ਇਨਫੋਰਮੇਸ਼ਨ ਹੈ। ਤੁਸੀਂ ਰੈਪ ਟੈਕਸਟ ਤੇ ਕਲਿੱਕ ਕਰੋਗੇ ਤਾਂ ਪੂਰੇ ਦਾ ਪੂਰਾ ਸੈੱਲ, ਪੂਰਾ ਡਾਟਾ ਦਿਖੇਗਾ। ਤੁਸੀਂ ਆਪਦੇ ਸੈੱਲ ਨੂੰ ਰਿਮੂਵ ਵੀ ਕਰ ਸਕਦੇ ਹੋ, ਵੱਡਾ ਛੋਟਾ ਵੀ ਕਰ ਸਕਦੇ ਹੋ। ਸੈੱਲ ਐਂਟਰੀ ਨੂੰ ਡਿਲੀਟ ਕਰਨਾ, ਉਸੇ ਤਰ੍ਹਾਂ ਹੀ ਸੈੱਲ ਨੂੰ ਸਿਲੈਕਟ ਕਰਕੇ ਤੇ ਡਿਲੀਟ ਕਰਨਾ। ਸੈੱਲ ਵਿੱਚ ਰੇਂਜ ਭਰਨਾ, ਤੁਸੀਂ ਰੇਂਜ ਭਰਨੀ ਹੈ ਦੋ ਤਰੀਕੇ ਨਾਲ। ਇੱਕ ਤਾਂ ਤੁਸੀਂ ਕਾਰਨਰ ਤੇ ਇਸ ਨੂੰ ਸਿੱਧਾ ਡਰੈਗ ਕਰ ਸਕਦੇ ਹੋ ਸਿਲੈਕਟ ਕਰਕੇ, ਉਹ ਸੇਮ ਡਾਟਾ ਆ ਜਾਵੇਗਾ। ਇਸੇ ਤਰ੍ਹਾਂ ਸੇਮ ਡਾਟਾ ਜੇ ਤੁਸੀਂ ਉਹਨੂੰ ਰੇਂਜ ਸਿਲੈਕਟ ਕਰੋਗੇ
ਪਰ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਡਾਟਾ ਅੱਗੇ ਦੀ ਅੱਗੇ ਵਧਦਾ ਜਾਵੇ ਤਾਂ ਤੁਸੀਂ ਕੰਟਰੋਲ ਵੀ ਪ੍ਰੈਸ ਕਰੋਗੇ ਤੇ ਕਾਰਨਰ ਤੇ ਲੈ ਕੇ ਜਾਓਗੇ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਉਸ ਦੇ ਨਾਲ ਇੱਕ ਹੋਰ ਛੋਟਾ ਪਲੱਸ ਦਾ ਸਾਈਨ ਆ ਜਾਵੇਗਾ, ਮਤਲਬ ਇਹ ਡਾਟਾ ਤੁਹਾਡਾ ਐਡ ਹੁੰਦਾ ਜਾਵੇਗਾ ਹਰ ਇੱਕ ਰੋ ਤੋਂ ਬਾਅਦ। ਫਿਲ ਹੈਂਡਲ ਤੇ ਸ਼ਿਫਟ ਦੱਬਣਾ ਨਾਲ ਸਿੱਧਾ ਆ ਜਾਵੇਗਾ ਮੰਡੇ ਟਿਊਜ਼ਡੇ, ਸੇਮ ਉਸੇ ਤਰ੍ਹਾਂ ਹੀ। ਫਾਈਲ ਨੂੰ ਸੇਵ ਕਰਨਾ, ਹੁਣ ਤੁਸੀਂ ਸਾਰੀ ਫਾਈਲ ਬਣਾ ਲਈ ਹੈ, ਇਸ ਨੂੰ ਸੇਵ ਕਿੱਥੇ ਕਰੋਗੇ? ਫਾਈਲ, ਸੇਵ, ਔਰ ਤੁਸੀਂ ਜੋ ਨਾਮ ਦੇਣਾ ਹੈ ਉਸ ਨੂੰ ਬੁੱਕ 1 ABC ਕਲਾਸ, ਆਟੋਮੈਟਿਕਲੀ ਇਹ ਐਕਸਲ ਵਰਕਬੁੱਕ ਦੇ ਨਾਲ ਸੇਵ ਹੋ ਜਾਵੇਗਾ। ਐਕਸਲ ਨੂੰ ਬੰਦ ਕਰਨਾ, ਤੁਸੀਂ ਉਸ ਨੂੰ ਕਲੋਜ਼ ਵੀ ਕਰ ਸਕਦੇ ਹੋ ਤੇ ਐਗਜ਼ਿਟ ਵੀ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਹਾਡਾ ਇਹ ਚੈਪਟਰ ਵੀ ਖਤਮ ਹੁੰਦਾ ਹੈ। ਮਾਈਕਰੋਸਾਫਟ ਐਕਸਲ ਦੇ ਵਿੱਚ ਸੈੱਲ ਬਣਾ ਕੇ ਦੇਖੋ, ਉਸ ਦੇ ਉੱਤੇ ਐਡਿਟ ਕਰਕੇ ਦੇਖੋ ਉਹਨਾਂ ਨੂੰ। ਜੇ ਤੁਹਾਨੂੰ ਕੋਈ ਸਵਾਲ ਹੈ ਜਾਂ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ।